हाँ जी देखो ਅੱਜ ਆਪਾਂ ਸਾਰੇ ਵੋਕੈਬਲਰੀ ਦੇ ਵਰਡ ਕਰਨੇ ਆ ਕਿ ਕੀ ਵਰਡ ਹੁੰਦਾ ਨਾ ਵੋਕੈਬਲਰੀ ਦੇ ਵਿੱਚ ਕੀ ਕਨੈਕਟਰਸ ਤੁਸੀਂ ਵਰਤ ਸਕਦੇ ਹੋ ਸਾਰੇ ਨਾਲ ਦੀ ਨਾਲ ਆਪਾਂ ਸਾਰੇ ਦੇ ਸਾਰੇ ਉਹ ਵਰਡ ਕਰਾਂਗੇ ਜਿਹੜੇ ਟਾਸਕ 1 ਟਾਸਕ 2 ਦੇ ਵਿੱਚ ਸਪੈਸੀਫਿਕਲੀ ਵਰਤੇ ਜਾਂਦੇ ਆ। ਉਸ ਦੇ ਨਾਲ ਹੀ ਆਪਾਂ ਵਰਡ ਕਰਾਂਗੇ ਕਿ ਜਿਹੜੇ ਸਾਡੇ ਹਰੇਕ ਇੱਕ ਬੋਡੀ ਪੈਰਾਗ੍ਰਾਫ ਨੂੰ ਸਟਾਰਟ ਕਰਨ ਦੇ ਲਈ ਵਰਤੇ ਜਾਂਦੇ ਆ ਹਨਾ। ਐਗਜ਼ਾਮਪਲ ਦੇ ਲਈ ਵਰਡ ਵਰਤੇ ਜਾਂਦੇ ਆ, ਰਿਜ਼ਲਟ ਲਈ ਵੱਡੇ ਰਿਜ਼ਲਟ ਲਈ ਕਨਕਲੂਜਨ ਲਈ ਵਰਡ ਵਰਤੇ ਜਾਂਦੇ, ਇੱਕ ਬੋਡੀ ਪੈਰਾਗ੍ਰਾਫ ਦੇ ਵਿੱਚ ਰਿਜ਼ਲਟ ਦੇਣ ਲਈ ਵਰਡ ਵਰਤੇ ਜਾਂਦੇ ਆ। ਠੀਕ ਆ, ਤੁਸੀਂ ਸਾਰੇ ਜਾਣਿਆਂ ਨੇ ਟਾਸਕ 1 ਤੇ ਟਾਸਕ 2 ਕੀਤਾ ਹੀ ਹੋਇਆ, ਜੇ ਨਹੀਂ ਕੀਤਾ ਤਾਂ ਵੀਡੀਓ ਦੇਖ ਸਕਦੇ ਹੋ ਤੁਸੀਂ ਸਾਰੇ ਨਾ ਚੈਨਲ ਤੇ ਪਈਆਂ ਨੇ। ਸੋ ਕਰਨਾ ਕੀ ਆ ਕਿ ਪਹਿਲਾਂ ਤੁਹਾਨੂੰ ਉਹ ਸਾਰਾ ਕੁਝ ਪਤਾ ਹੋਣਾ ਚਾਹੀਦਾ, ਵੀਡੀਓ ਤੇ ਸਟੈਪ ਦਾ ਪਤਾ ਹੋਣਾ ਚਾਹੀਦਾ ਕਿ ਕਿੱਥੇ ਕਿਹੜਾ ਸਟੈਪ ਹੁੰਦਾ। ਸੋ ਇਫ ਯੂ ਨੋ ਦਾ ਆਲ ਸਟੈਪਸ then ਤੁਸੀਂ ਸਾਰੇ ਏਬਲ ਹੋਵੋਗੇ ਦੇਖਣ ਲਈ ਕਿ ਨਾ ਸਟਾਰਟਿੰਗ ਵਰਡ ਕਿਹੜਾ ਹੁੰਦਾ, ਤਾਂ ਤੁਹਾਨੂੰ ਪਤਾ ਲੱਗੂਗਾ ਵੀ ਕਿਹੜਾ ਆਪਾਂ ਵਰਡ ਵਰਤ ਸਕਦੇ ਹਾਂ। ਸੋ ਲੈਟਸ ਸਟਾਰਟ। ਸਭ ਤੋਂ ਪਹਿਲੇ ਨੰਬਰ ਤੇ ਦੇਖੋ ਆਪਾਂ ਸਿੰਪਲ ਵਰਡਸ ਦੇਖਣੇ ਵੀ ਕਿਹੜੇ ਹੁੰਦੇ ਆ। ਮੇਨ ਇੱਕ ਵਰਡ ਹੁੰਦਾ ਜੀ ਇੰਪੋਰਟੈਂਟ, ਠੀਕ ਆ। ਹੁਣ ਸਾਰਿਆਂ ਨੂੰ ਇੱਕ ਮੈਂ ਬੇਸਿਕ ਦੀ ਚੀਜ਼ ਦੱਸ ਦਵਾਂ ਕਿ ਕਦੇ ਵੀ ਵੈਰੀ ਨਹੀਂ ਲਾਈਦਾ, ਕਦੇ ਵੀ ਵੈਰੀ ਨਾ ਲਾਓ ਆਇਲਟਸ ਦੇ ਵਿੱਚ, ਬਿਕੋਜ਼ ਵੈਰੀ ਦੇ ਨਾਲ ਕੀ ਹੁੰਦਾ ਉਹਨਾਂ ਨੂੰ ਐਦਾਂ ਲੱਗਦਾ, ਵੈਰੀ ਅਸਲ ਚ ਕੁਆਂਟੀਟੀ ਦੱਸਣ ਲਈ ਹੁੰਦਾ ਵਰਡ ਨਾ ਕਿ ਵੀ ਕਿੰਨੀ ਕੁ ਜ਼ਿਆਦਾ ਬਹੁਤ ਆਦਾ ਜਾਂ ਕਿੰਨੀ ਕੁ ਜ਼ਿਆਦਾ ਚੀਜ਼ ਆ। ਵੈਰੀ ਜਦ ਤੁਸੀਂ ਲਿਖਦੇ ਹੋ ਤੇ ਉਹਨਾਂ ਨੂੰ ਐਦਾਂ ਲੱਗਦਾ ਕਿ ਤੁਹਾਨੂੰ ਵੈਰੀ ਦਾ ਸਿਨੋਨਿਮ ਨਹੀਂ ਆਉਂਦਾ, ਵੀ ਤਾਂ ਹੀ ਤੁਸੀਂ ਉਸ ਵਰਡ ਦੇ ਨਾਲ ਵੈਰੀ ਲਗਾਤਾ, ਤੁਹਾਨੂੰ ਉਸ ਐਗਜ਼ੈਕਟ ਕੁਆਂਟੀਟੀ ਦਾ ਸਿਨੋਨਿਮ ਨਹੀਂ ਪਤਾ। ਉਸ ਥਾਂ ਤੇ ਤੁਸੀਂ ਆਪਣੀ ਲੈਕ ਆਫ ਨੌਲੇਜ ਸ਼ੋ ਕਰ ਦਿੰਦੇ ਹੋ ਉਹਨਾਂ ਨੂੰ। ਸੋ ਦੈਟ ਇਜ਼ ਵਾਈ ਆਲਵੇਜ਼ ਟਰਾਈ ਟੂ ਰਾਈਟ simple word instead of writing very, or you can write the word ਜਿੱਦਾਂ ਹੁਣ important ਆ, ਜੇ ਹੁਣ important ਦੇ ਲਈ ਸਿੱਧਾ ਇੱਕ ਸਿਨੋਨਿਮ ਲਿਖਣਾ ਆਪਾਂ ਕੀ ਕਹਿ ਸਕਦੇ ਹਾਂ, essential, ਠੀਕ ਆ। ਬਟ ਜੇ essential ਤੋਂ ਇਲਾਵਾ ਆਪਾਂ ਨੂੰ ਕੋਈ ਹੈਗਾ ਵੀ ਹਨਾ ਵੀ ਬਹੁਤ ਜ਼ਰੂਰੀ ਚੀਜ਼ ਆ ਇਹ, essential ਤੋਂ ਬਾਅਦ ਚ ਬਹੁਤ ਜ਼ਰੂਰੀ ਚੀਜ਼ ਆ ਇਹ, ਤਾਂ ਆਪਾਂ ਕਹਿ ਦਾਂਗੇ vital। ਹੁਣ ਮੰਨੋ ਕਿ ਇਹ ਚੀਜ਼ ਜ਼ਰੂਰੀ ਆ ਜੀ ਹਨਾ ਸਾਡੀ, ਇਹਦੇ ਲਈ ਇੱਕ ਹੋਰ ਸਿਨੋਨਿਮ ਲਗਾਉਣਾ ਸੀ, ਤਾਂ ਇੱਕ ਹੋ ਜਾਣਾ essential, ਇੱਕ ਹੋ ਜਾਣਾ vital, ਇੱਕ ਹੋ ਜਾਣਾ crucial, ਠੀਕ ਆ। ਸੋ ਇਨ ਦਿਸ ਮੈਨਰ ਮਤਲਬ ਸਾਰੇ ਨਾ ਜ਼ਰੂਰੀ ਹੋ, ਬਟ ਇੰਪੋਰਟੈਂਟ ਦੀ ਥਾਂ ਤੇ ਤੁਸੀਂ essential, vital and crucial ਲਿਖ ਸਕਦੇ ਹੋ, ਠੀਕ ਹੈ। ਹੁਣ ਇਸ ਤੋਂ ਇਲਾਵਾ ਹੋਰ ਕਈ ਵਰਡਸ ਹੁੰਦੇ ਆ, ਜਿੱਦਾਂ very bad, ਬਹੁਤ ਬੁਰਾ, ਠੀਕ ਆ। ਸੋ ਉਸ ਵਰਡ ਨੂੰ ਆਪਾਂ ਕਹਿ ਸਕਦੇ ਹਾਂ, ਲਿਖ ਸਕਦੇ ਹਾਂ awful, ਠੀਕ ਹੈ, awful ਕਹਿ ਸਕਦੇ ਹਾਂ। ਸੋ ਇਸ ਤੋਂ ਇਲਾਵਾ awful ਤੋਂ ਇਲਾਵਾ ਕਈ ਹੋਰ ਵਰਡਸ ਹੁੰਦੇ ਆ ਛੋਟੇ ਦੇ, ਜਿੱਦਾਂ ਐਡਵਾਂਸ ਆ ਹਨਾ, ਉਹਨੂੰ ਤੁਸੀਂ ਕੰਟੈਂਪੋਰੇਰੀ ਕਹਿ ਸਕਦੇ ਹੋ, ਐਡਵਾਂਸ ਨੂੰ ਕੰਟੈਂਪਰੇਰੀ ਕਹਿ ਸਕਦੇ ਹੋ ਨਾ। ਕੰਪਲੈਕਸ ਨੂੰ ਤੁਸੀਂ ਹਨਾ, ਇੱਕ ਮਿੰਟ, ਕੰਪਲੈਕਸ ਨੂੰ ਤੁਸੀਂ ਸੋਫਿਸਟੀਕੇਟਡ ਕਹਿ ਸਕਦੇ ਹੋ। ਹਾਂਜੀ ਬੋਲੋ। ਇੱਕ ਉਹ ਬੈਡ ਦਾ ਉਹ ਨਹੀਂ ਹੁੰਦਾ, ਡਾਰਕ ਅੰਡਰ ਦਾ ਮੂਨ ਹੈ ਜਾਂ ਕੁਝ ਵਰਡ ਸੀਗਾ ਇੱਕ, ਨਹੀਂ ਹਾਂਜੀ ਫੀਲਿੰਗ ਬਲੂ ਸੀਗਾ ਸ਼ਾਇਦ ਈਡੀਅਮ, ਨਹੀਂ ਉਹ ਤਾਂ ਈਡੀਅਮਸ ਨੇ ਨਾ, ਫੀਲਿੰਗ ਬਲੂ ਵਗੈਰਾ ਤਾਂ ਈਡੀਅਮ ਹੈ। ਆਪਾਂ ਵੋਕੈਬਲਰੀ ਦੀ ਗੱਲ ਕਰ ਰਹੇ ਹਾਂ, ਉਹ ਵੋਕੈਬਲਰੀ ਚ ਨਹੀਂ ਆਉਂਦੇ ਆ ਈਡੀਅਮ, ਉਹ ਤਾਂ ਸਪੀਕਿੰਗ ਤੱਕ ਰਹਿੰਦੇ ਨੇ ਬਸ। ਇਹ ਸਾਰੇ ਵਰਡ ਜਿਹੜੇ ਮੈਂ ਲਿਖਾ ਰਿਹਾ ਸਪੀਕਿੰਗ ਚ ਤਾਂ ਵਰਤ ਸਕਦੇ, ਰਾਈਟਿੰਗ ਚ ਸਪੈਸੀਫਿਕਲੀ ਵਰਤਨੇ ਆ ਵਰਡ, ਠੀਕ ਹੈ। ਆਪਾਂ ਰਾਈਟਿੰਗ ਚ ਵਰਤਨੇ ਆ ਵਰਡ ਤੇ
ਸਪੀਕਿੰਗ 'ਚ ਵੀ ਵਰਤ ਸਕਦੇ ਨੇ, ਬਟ ਜਿਹੜੇ ਸਪੀਕਿੰਗ ਦੇ ਕਈ ਵਰਡਸ ਹੁੰਦੇ ਜਿੱਦਾਂ ਇਡੀਅਮਸ ਹੁੰਦੇ ਨੇ, ਉਹ ਤੁਸੀਂ ਇਡੀਅਮਸ ਤੁਸੀਂ ਰਾਈਟਿੰਗ 'ਚ ਨਹੀਂ ਵਰਤ ਸਕਦੇ ਹੈਗੇ। ਇਡੀਅਮ ਰਾਈਟਿੰਗ 'ਚ ਨਹੀਂ ਵਰਤ ਸਕਦੇ ਹੈਗੇ। ਉਹ ਰਾਈਟਿੰਗ 'ਚ ਜੋ ਵਰਤਣੇ ਹੁੰਦੇ ਉਹ ਫਰੇਜ਼ਸ ਵਰਤਣੇ ਹੁੰਦੇ ਰਾਈਟਿੰਗ ਦੇ ਵਿੱਚ। ਵਰਡ ਦੇ ਹੈ ਨਾ ਸਪੈਲਿੰਗ ਦੇਖੀ ਚੱਲੋ, ਸਾਰੇ ਦੇ ਸਾਰੇ ਹੋ ਸਕਦੇ ਇੱਕ ਅੱਧਾ ਸਪੈਲਿੰਗ ਕਿਤੇ ਨਾ ਕਿਤੇ ਗਲਤ ਹੋਵੇ। ਤੇ ਇਸ ਤੋਂ ਇਲਾਵਾ ਇੱਕ ਜਿਹੜਾ ਵਰਡ ਲਿਖਿਆ ਆਫਲ, ਇੱਕ ਮਿੰਟ ਮੈਨੂੰ ਸਰਚ ਵੀ ਕਰਨ ਦਿਓ। ਵੀਡੀਓ ਲਿਖਿਆ ਉਹ ਯੂ ਕਹੀ ਗਿਆ ਇਹ ਬਾਈ ਹਾਂਜੀ ਜਿਹੜਾ ਉੱਪਰ ਸੈਂਸ਼ੀ ਤੋਂ ਹੋਇਆ ਵਾਈਟਲ VITAL, ਹਾਂਜੀ ਆਫਲ ਦੀ ਸਪੈਲਿੰਗ ਸਹੀ ਹੈ, ਸਾਰੀਆਂ ਚੀਜ਼ਾਂ ਸਹੀ ਨੇ। ਹਾਂਜੀ ਉਸ ਤੋਂ ਬਾਅਦ ਦੇਖੋ ਜਰਾ ਕੁਝ ਕੁ ਵਰਡਸ ਹੋਰ ਲਿਖਦੇ ਆ, ਜਾਣੀ ਤੁਸੀਂ ਕੁਝ ਦੱਸੋ ਕਿਸੇ ਚੀਜ਼ ਦੇ ਰਿਲੇਟਡ ਵਰਡ ਆਪਾਂ ਕੱਢਦੇ ਹਾਂ। ਕੁਝ ਕਿਸੇ ਨੇ ਸੁਣਿਆ ਹੋਊਗਾ ਕੋਈ ਵੋਕੈਬਲਰੀ ਦਾ ਵਰਡ ਹੈ ਕੋਈ, ਜਾਂ ਕਿਸੇ ਚੀਜ਼ ਦਾ ਸਪੈਸਿਫਿਕ ਵਰਡ ਚਾਹੀਦਾ ਤੁਹਾਨੂੰ, ਮੈਂ ਦੱਸਦਾ। এনवायरमेंट ਦਾ ਵਰਡ ਹੈ ਨਾ, ਹਾਂ এনवायरमेंट ਦਾ ਵਰਡ ਦੇਖੋ ਜਰਾ। এনवायरमेंट ਨੂੰ ਤੁਸੀਂ ਕੀ ਕਹਿ ਸਕਦੇ ਹੋ? এনवायरमेंट ਨੂੰ ਤੁਸੀਂ ਇੱਕ ਤਾਂ ਕਹਿ ਸਕਦੇ ਹੋ ਸਰਾਊਂਡਿੰਗ, ਠੀਕ ਆ। ਇੱਕ ਕਹਿ ਸਕਦੇ ਹੋ ਇਕੋਸਿਸਟਮ, ਇੱਕ ਸਰਾਊਂਡਿੰਗ ਕਹਿ ਸਕਦੇ ਹੋ, ਇੱਕ ਇਕੋਸਿਸਟਮ ਕਹਿ ਸਕਦੇ ਹੋ ਤੁਸੀਂ এনवायरमेंट ਨੂੰ, ਠੀਕ ਆ। ਹੁਣ ਉਸ ਤੋਂ ਬਾਅਦ ਦੇ ਵਿੱਚ ਕਲੋਥਸ ਨੂੰ ਤੁਸੀਂ ਕਲੋਥਿੰਗ ਵੀ ਕਹਿ ਸਕਦੇ ਹੋ, ਠੀਕ ਆ। ਪਾਰਟਿਕੂਲਰਲੀ ਨੇਮ ਵੀ ਲੈ ਸਕਦੇ ਹੋ ਉਸ ਚੀਜ਼ ਦਾ, ਜਿੱਦਾਂ ਟਰਾਊਜ਼ਰ, ਸਕਾਰਫ, ਸ਼ਰਟ, ਟੀ-ਸ਼ਰਟ, ਬਲੇਜ਼ਰ, ਜੈਕਟ ਹੈ ਨਾ। ਪਾਰਟਿਕੂਲਰਲੀ ਉਸ ਚੀਜ਼ ਦਾ ਨਾਮ ਵੀ ਲੈ ਸਕਦੇ ਹੋ, ਕਲੋਥਿੰਗ ਵੀ ਕਹਿ ਸਕਦੇ ਹੋ, ਕਲੋਥ ਵੀ ਕਹਿ ਸਕਦੇ ਹੋ, ਠੀਕ ਹੈ। ਸੋ ਹੁਣ ਇਹ ਤਾਂ ਹੈਗੇ ਕੁਝ ਸਿੰਪਲ ਵਰਡਸ ਜਿਹੜੇ ਤੁਹਾਨੂੰ ਆਉਣੇ ਚਾਹੀਦੇ ਨੇ। ਹੁਣ ਇਸ ਤੋਂ ਬਾਅਦ ਦੇ ਵਿੱਚ ਕੁਝ ਹੋਰ ਵਰਡਸ ਹੁੰਦੇ ਆ, ਮੈਂ ਉਹ ਵੀ ਲਿਖਦਾ ਹਾਂ। ਹਾਂਜੀ ਸੋ ਆਹ ਵਰਡ ਲਿਖ ਲਏ ਸਾਰਿਆਂ ਨੇ। ਸੋ ਇਸ ਤੋਂ ਇਲਾਵਾ ਆਪਾਂ ਕੁਝ ਕੁ ਵਰਡ ਲਿਖਦੇ ਹਾਂ। ਪਹਿਲੇ ਤਾਂ ਵਰਡ ਹੈਗਾ ਵਾ, ਇਹਨਾਂ ਤੋਂ ਬਾਅਦ ਇੱਕ ਆਪਾਂ ਪੀਪਲ ਦਾ ਵਰਡ ਲਿਖਾਂਗੇ, ਠੀਕ ਆ। ਦੂਜੇ ਨੰਬਰ ਦੇ ਉੱਤੇ ਆਪਾਂ ਕੋਈ ਇੱਕ ਸਪੈਸ਼ਲ ਵਰਡ ਦੇਖੋ ਜਿਹੜਾ ਨਾਰਮਲੀ ਵਰਤਿਆ ਜਾਂਦਾ ਵਾ, ਬਟ ਆਪਾਂ ਬੜੇ ਉਹਦੇ ਵਿੱਚ ਉਲਝਦੇ ਆਂ ਕਿ ਇਹਦੇ ਨਾਲ ਆਪਾਂ ਕੀ ਲਿਖਾਂਗੇ। ਸਟੂਡੈਂਟਸ, ਹਾਂਜੀ ਸਟੂਡੈਂਟਸ ਹੈ ਨਾ। ਹੋਰ ਕੋਈ ਵਰਡ ਦੇਖੋ, ਵਰਡ ਉਹ ਦੱਸੋ ਜਿਹੜੇ ਆਪਾਂ ਡੇਲੀ ਲਿਖਦੇ ਆ ਬਟ ਉਲਝ ਜਾਂਦੇ ਆ ਕਿ ਇਹਦਾ ਹੋਰ ਕੀ ਸਿਨੋਨਿਮ ਹੋ ਸਕਦਾ। ਕੰਟਰੀ, ਹਾਂ ਕੰਟਰੀ। ਹੋਰ ਬੋਲੋ। ਗਵਰਨਮੈਂਟ, ਹਾਂ ਗਵਰਨਮੈਂਟ ਹੈ ਨਾ। ਹੋਰ ਇੱਕ ਵਸਨੀਕ ਹੈ ਨਾ। ਹਾਂ ਕਹਿ ਸਕਦੇ ਹੋ, ਵਸਨੀਕ ਕਹਿ ਸਕਦੇ ਹੋ। ਮੋਰੇ ਪੰਜਾਬੀ ਚ ਲਿਖ ਦੇਣਾ, ਆਪਾਂ ਇੰਗਲਿਸ਼ ਚ ਮੈਂ ਉਹਨਾਂ ਨੂੰ ਦੱਸੂਗਾ ਬਾਅਦ ਚੋਂ, ਹਨਾ। ਹਾਂਜੀ ਵਸਨੀਕ। ਪਹਿਲਾਂ ਆਪਾਂ ਹੁਣ ਆਹ 5 ਵਰਡਸ ਦੇਖਦੇ ਹਾਂ ਕਿ ਇਹਨਾਂ ਨੂੰ ਆਪਾਂ ਕੀ ਕਹਿ ਸਕਦੇ ਹਾਂ, ਠੀਕ ਆ। ਹੁਣ ਦੇਖੋ ਜਿਹੜਾ ਤਾਂ ਪਹਿਲੇ ਨੰਬਰ ਦੇ ਉੱਤੇ ਸਾਡਾ ਵਰਡ ਹੈ ਪੀਪਲ। ਪੀਪਲ ਨੂੰ ਤੁਸੀਂ ਫੋਕਸ ਵੀ ਕਹਿ ਸਕਦੇ ਹੋ, ਪੀਪਲ ਨੂੰ ਤੁਸੀਂ ਪੀਪਸ ਵੀ ਕਹਿ ਸਕਦੇ ਹੋ, ਪੀਪਲ ਨੂੰ ਤੁਸੀਂ ਇੰਡੀਵਿਜੂਅਲਸ ਵੀ ਕਹਿ ਸਕਦੇ ਹੋ। ਫੋਕਸ, ਪੀਪਸ, ਇੰਡੀਵਿਜੂਅਲਸ। ਹੈਬਿਟੇਟ, ਹਾਂਜੀ ਉਹ ਮੈਂ ਦੱਸਦਾ ਹੈਬਿਟੇਟ ਵਗੈਰਾ ਕੀ ਚੀਜ਼ ਹੁੰਦੀ ਆ, ਸਾਰੇ ਦੇ ਮੀਨਿੰਗ ਦੱਸੂਗਾ ਮੈਂ ਤੁਹਾਨੂੰ। ਮੈਜੋਰਿਟੀ ਕਹਿ ਸਕਦੇ ਹੋ। ਦੇਖੋ ਮੈਜੋਰਿਟੀ ਮਿਨੋਰਿਟੀ ਐ ਨਹੀਂ ਹੁੰਦਾ ਹੈਗਾ, ਮੈਜੋਰਿਟੀ ਤਾਂ ਕਾਫੀ ਜ਼ਿਆਦਾ ਬੰਦੇ ਦਾ ਕਿਤੇ ਸਿੱਧੇ ਨਹੀਂ ਵੀ ਹਾਂ ਕਾਫੀ ਜ਼ਿਆਦਾ ਬੰਦਿਆਂ ਦੀ ਗੱਲ ਹੋਈ ਆ, ਬੰਦਿਆਂ ਦੀ ਗੱਲ ਕਰਨੀ ਆਪਾਂ ਮੇਨ। ਦੇਖੋ ਇੱਕ ਤਾਂ ਤੁਸੀਂ ਪੀਪਲ ਨੂੰ ਫੋਕ ਕਹੋਗੇ, ਪੀਪਲ ਕਹੋਗੇ, ਇੰਡੀਵਿਜੂਅਲ ਕਹੋਗੇ। ਮੈਜੋਰਿਟੀ ਆਫ ਪੀਪਲ, ਮੈਜੋਰਿਟੀ ਆਫ ਇੰਡੀਵਿਜੂਅਲ, ਮੈਜੋਰਿਟੀ ਆਫ ਫੋਕਸ ਐ ਤੁਸੀਂ ਕਹਿ ਸਕਦੇ ਹੋ। ਕੱਲਾ ਮੈਜੋਰਿਟੀ ਨਹੀਂ ਕਹਿਣਾ ਹੈਗਾ। ਮਾਸਿਸ ਆਪਣੇ ਇਨਫਾਰਮਲ ਵਰਡ ਆ, ਰਾਈਟਿੰਗ 'ਚ ਆਪਾਂ ਲਾਉਣਾ ਨਹੀਂ ਹੈਗਾ ਮਾਸਿਸ ਵਰਡ।
ਹੁਣ ਇਸ ਤੋਂ ਬਾਅਦ ਜੇ ਦੇਖੋ ਸਟੂਡੈਂਟ ਨੂੰ ਤੁਸੀਂ ਕੀ ਕਹਿ ਸਕਦੇ ਹੋ, ਦੇਖੋ ਧਿਆਨ ਨਾਲ। ਇੱਕ ਤਾਂ ਇਹਨੂੰ ਤੁਸੀਂ ਪਿਊਪਿਲਸ ਕਹਿ ਸਕਦੇ ਹੋ, ਹਨਾ, ਪਿਊਪਿਲਸ ਕਹਿ ਸਕਦੇ ਹੋ, ਇਹ ਸਟੂਡੈਂਟ ਹੁੰਦਾ। ਇਸ ਤੋਂ ਬਾਅਦ ਚ ਤੁਸੀਂ ਇਹਨੂੰ ਕਹਿ ਸਕਦੇ ਹੋ ਲਰਨਰਸ। ਹੋਰ ਕਿਸੇ ਕੋਲ ਕੋਈ ਵਰਡ ਹੈਗਾ ਜਿਹੜਾ ਪਹਿਲੀ ਥਾਂ ਤੇ ਲਾ ਸਕਦੇ ਆ? ਸਿੰਪਲ ਜਾਂ ਦੋ ਵਰਡ ਲਿਖ ਲਓ, ਇੱਕ ਪਿਊਪਿਲਸ ਕਹਿ ਦਿਓ, ਇੱਕ ਲਰਨਰਸ ਕਹਿ ਦਿਓ, ਠੀਕ ਹੈ। ਇਸ ਤੋਂ ਬਾਅਦ ਦੇ ਵਿੱਚ ਕੰਟਰੀ ਵਰਡ, ਇਹਦੀ ਥਾਂ ਤੇ ਆਪਾਂ ਕੀ ਕਹਿ ਸਕਦੇ ਆ? ਇੱਕ ਆਪਾਂ ਕਹਿ ਸਕਦੇ ਇਹਨੂੰ ਨੇਸ਼ਨ ਕਹਿ ਸਕਦੇ ਆ, ਇੱਕ ਆਪਾਂ ਇਹਨੂੰ ਕਿੰਗਡਮ ਕਹਿ ਸਕਦੇ ਆ। ਓਵਰਸੀਜ਼ ਨਹੀਂ ਓਵਰਸੀਜ਼ ਨਹੀਂ ਕਹਿਣਾ ਹੈਗਾ, ਓਵਰਸੀਜ਼ ਤਾਂ ਹੁੰਦਾ ਸਮੁੰਦਰੋਂ ਪਾਰ, ਉਹ ਹੁੰਦਾ ਓਵਰਸੀਜ਼। ਆਪਾਂ ਕੰਟਰੀ ਨੂੰ ਇੱਕ ਨੇਸ਼ਨ ਕਹਿ ਸਕਦੇ, ਇੱਕ ਕਿੰਗਡਮ ਕਹਿ ਸਕਦੇ, ਹੋਰ ਆਪ ਜਨੇਸ਼ਨ ਮਦਰਲੈਂਡ ਕਹਿੰਦੇ ਉਹ ਤਾਂ ਆਪਦੇ ਨੇਸ਼ਨ ਨੂੰ ਮਦਰਲੈਂਡ ਕਹਿ ਸਕਦੇ, ਤੁਹਾਡੇ ਕਿਸੇ ਹੋਰ ਦੇ ਲਈ ਨਹੀਂ ਤੁਸੀਂ ਕਹਿ ਸਕਦੇ ਹੈਗੇ। ਹਾਂਜੀ ਫਾਰਮਲੀ ਉੱਥੇ ਐਡ ਕਰ ਵੀ ਫੋਰਨ ਕੀ ਕਹਾਂਗੇ? ਫੋਰਨ ਕੀ? ਦੂਜੀ ਕੰਟਰੀ ਨੂੰ ਫੋਰਨ। ਅੱਛਾ ਫੋਰਨ, ਹਾਂ ਫੋਰਨ ਕੰਟਰੀ ਕਹੋਗੇ ਤੁਸੀਂ? ਨਹੀਂ ਉੱਥੇ ਐਡ ਕਰਨੀ ਨਾ ਫੋਰਨ ਨੂੰ ਕੀ ਕਹਾਂਗੇ? ਫੋਰਨ ਨੂੰ, ਅੱਛਾ ਫੋਰਨ ਨੂੰ, ਉਹਨੂੰ ਤੁਸੀਂ ਕਹਿ ਸਕਦੇ ਹੋ ਏਲੀਅਨ ਕਹਿ ਸਕਦੇ ਹੋ ਤੁਸੀਂ। ਹਾਂਜੀ ਸਹੀ ਗੱਲ ਹੈ, ਏਲੀਅਨ ਕਹਿ ਸਕਦੇ ਹੋ। ਏਲੀਅਨ ਦਾ ਮਤਲਬ ਉਹ ਜਾਨਵਰ ਨਹੀਂ ਹੁੰਦੇ ਕਿ ਜੀਵ ਨਹੀਂ ਹੁੰਦੇ ਜਿਹੜੇ ਬਾਹਰੋਂ ਆਉਂਦੇ ਆ। ਏਲੀਅਨ ਕੋਈ ਵੀ ਐਸੀ ਚੀਜ਼ ਹੁੰਦੀ ਆ ਜਿਹੜੀ ਤੁਹਾਡੇ ਇਲਾਕੇ 'ਚ ਨਹੀਂ ਮਿਲਦੀ ਤੇ ਬਟ ਦੂਜੇ ਪਾਸਿਓਂ ਆਉਂਦੀ ਆ। ਹੁਣ ਆਪਣੇ ਜਿੱਦਾਂ ਹੁਣ ਆਪਾਂ ਜੈਪੁਰ 'ਚ ਬੈਠੇ ਆ ਨਾ, ਆਪਣੇ ਲਈ ਏਲੀਅਨ ਕਿਹੜੇ ਹੋਣਗੇ? ਆਪਣੇ ਲਈ ਏਲੀਅਨ ਹੋਣਗੇ ਜਿਹੜੇ ਚੰਡੀਗੜ੍ਹ ਤੋਂ ਹੋਣਗੇ, ਹਨਾ, ਜਾਂ ਜਿਹੜੇ ਜੈਪੁਰ ਤੋਂ ਬਾਹਰ ਦੇ ਲੋਕ ਨੇ, ਜਿਵੇਂ ਨਾਲ ਦੇ ਪਿੰਡ ਦੇ ਏਲੀਅਨ ਹੋਣਗੇ। ਜਿੱਦਾਂ ਤੁਸੀਂ ਸਾਰੇ ਏਲੀਅਨ ਹੋ ਮੇਰੇ ਤੇ ਰਵੀ ਦੇ ਲਈ, ਹਨਾ। ਤੇ ਏਲੀਅਨ ਹੁੰਦੇ ਆ ਉਹ ਲੋਕ ਜੋ ਚੀਜ਼ ਜਿਹੜੀ ਇੱਕ ਪਾਰਟਿਕੂਲਰ ਥਾਂ ਦੀ ਹਿਬਿਟੈਂਟ ਨਾ ਹੋਵੇ, ਠੀਕ ਹੈ, ਇੱਕ ਪਾਰਟਿਕੂਲਰ ਥਾਂ 'ਚ ਨਾ ਮਿਲਦੀ ਹੋਵੇ, ਉਹ ਹੁੰਦੀ ਆ ਏਲੀਅਨ। ਏਲੀਅਨ ਨੂੰ ਪ੍ਰੋਡਕਟ ਵੀ ਲੈ ਸਕਦੇ ਆ। ਏਲੀਅਨ ਨੂੰ ਪ੍ਰੋਡਕਟ ਨਹੀਂ ਕਹੋਗੇ। ਏਲੀਅਨ ਪਾਰਟਿਕੂਲਰਲੀ ਉਹੀ ਚੀਜ਼ ਸਿਰਫ ਉਹੀ ਚੀਜ਼ ਹੁੰਦੀ ਹੈ ਜਿਹੜੀ ਇੱਕ ਥਾਂ ਤੇ ਨਾ ਮਿਲੇ ਦੂਜੀ ਥਾਂ ਤੋਂ ਆਵੇ। ਉਹ ਚੀਜ਼ ਹੋ ਸਕਦੀ ਹੈ, ਬੰਦਾ ਹੋ ਸਕਦਾ ਵਾ, ਉਹਨੂੰ ਏਲੀਅਨ ਕਹਿੰਦੇ ਆ। ਹੁਣ ਆਪਣੀ ਪ੍ਰਿਥਵੀ ਦੇ ਲਈ ਏਲੀਅਨਸ ਕਿਹੜੇ ਹੁੰਦੇ ਆ? ਕੋਈ ਵੀ ਐਸਾ ਜੀਵ ਜੰਤੂ ਜਿਹੜਾ ਪ੍ਰਿਥਵੀ ਤੋਂ ਬਿਲੋਂਗ ਨਹੀਂ ਕਰਦਾ ਤੇ ਬਾਹਰੋਂ ਆ, ਠੀਕ ਆ। ਚੰਦ ਤਾਰੇ ਤੋਂ ਕੋਈ, ਹਨਾ, ਚੰਦ ਤਾਰਾ ਆਪਣੇ ਧਰਤੀ ਤੇ ਟਕਰਾਵੇ ਤੇ ਆਪਾਂ ਨੂੰ ਪਤਾ ਲੱਗੇ ਕਿ ਇਹਦੇ ਵਿੱਚ ਕੋਈ ਮਾਈਕਰੋ ਆਰਗੇਨਿਜ਼ਮਸ ਨੇ, ਹਨਾ, ਛੋਟੇ ਜਿਹੇ ਜੀਵ ਜੰਤੂ ਨੇ, ਹਨਾ, ਜਾਂ ਕਹ ਲਓ ਕਿ ਜਰਮਸ ਵਗੈਰਾ, ਬੈਕਟੀਰੀਆ ਵਗੈਰਾ, ਉਹ ਸਾਰੇ ਏਲੀਅਨਸ ਨੇ, ਠੀਕ ਆ। ਸੋ ਉਹਨਾਂ ਨੂੰ ਆਪਾਂ ਏਲੀਅਨ ਕਹਾਂਗੇ, ਠੀਕ ਹੈ। ਸੋ ਉਹ ਕਹਿ ਸਕਦੇ ਆ, ਫੋਰਨ ਨੂੰ ਤੁਸੀਂ ਏਲੀਅਨ ਕਹਿ ਸਕਦੇ ਹੋ। ਹਾਂਜੀ ਹੁਣ ਅਗਲਾ ਗਵਰਨਮੈਂਟ ਨੂੰ ਤੁਸੀਂ ਕੀ ਕਹਿ ਸਕਦੇ ਹੋ? ਗਵਰਨਮੈਂਟ ਨੂੰ ਤੁਸੀਂ ਹਾਈ ਅਥਾਰਟੀ ਕਹਿ ਸਕਦੇ ਹੋ, ਹਨਾ। ਇੱਕ ਮਿੰਟ, ਅਥਾਰਟੀ ਦੀ ਸਪੈਲਿੰਗ ਬੋਲਿਓ ਜ਼ਰਾ। AUTHORITY। ਹਾਂਜੀ ਅਥਾਰਟੀ, ਹਾਈ ਅਥਾਰਟੀ ਕਹਿ ਸਕਦੇ ਹੋ ਇਹਨੂੰ। ਹੋਰ ਇਹਨੂੰ ਤੁਸੀਂ ਕੀ ਕਹਿ ਸਕਦੇ ਹੋ? ਐਡਮਿਨਿਸਟ੍ਰੇਸ਼ਨ। ਹਾਂਜੀ ਐਡਮਿਨਿਸਟ੍ਰੇਸ਼ਨ ਕਹਿ ਸਕਦੇ ਹੋ। देखो दो तीन का वर्ड याद रखो, हर एक चीज जिदा दो मैं लिखा रहा, एक सिंपल वर्ड, तीन वर्ड याद रखो, आराम ਦੇ ਨਾਲ ਤੁਹਾਡਾ ਪੂਰੀ ਦਾ ਪੂਰਾ ਪੈਸੇਜ ਲਿਖਿਆ ਜਾਂਦਾ ਹੁੰਦਾ। ਜੇ ਜਿਵੇਂ ਪਹਿਲੇ ਪਾਸੇ ਜੇ ਆਪਾਂ ਗਵਰਨਮੈਂਟ ਵੀ ਲਿਖਦਾ ਤਿੰਨੇ ਲਿਖਦੇ, ਦੂਜੇ ਪਾਸੇ ਚ ਫੇਰ ਤਿੰਨੇ ਲਿਖੋ, ਕੋਈ ਚੱਕਰ ਨਹੀਂ। ਜ਼ਰੂਰੀ ਨਹੀਂ ਹੁੰਦਾ ਨਾ ਕਿ ਤੁਸੀਂ ਗਵਰਨਮੈਂਟ ਹਾਈ ਅਥਾਰਟੀ ਐਡਮਿਨਿਸਟ੍ਰੇਸ਼ਨ ਵਗੈਰਾ ਲਿਖਣਾ ਹਰ ਵਾਰ। this that it ਇਹ ਵੀ ਪ੍ਰੋਨਾਉਨ ਵੀ ਲਿਖ ਸਕਦੇ ਤੁਸੀਂ। ਸੋ ਉਹ ਇਹਨਾਂ ਦੀ ਥਾਂ ਲੈ ਲੈਂਦੇ ਹੁੰਦੇ ਨੇ, ਜਿੱਦਾਂ ਸਾਰੇ ਵਰਡ ਨੇ, ਹਨਾ, ਸਾਰੇ ਨਹੀਂ ਮਤਲਬ ਜਿਹੜੇ ਵਰਡ ਇੱਕ ਤਰੀਕੇ ਦਾ ਨਾਉਨ ਨੇ। ਸਟੂਡੈਂਟ ਹੋ ਗਿਆ, ਹਨਾ, ਕੰਟਰੀ, ਗਵਰਨਮੈਂਟ, ਪੀਪਲ, ਇਹਨਾਂ ਸਾਰੀਆਂ ਥਾਂ ਤੇ ਆਪਾਂ ਪ੍ਰੋਨਾਉਨ ਵਰਤ ਸਕਦੇ ਹਾਂ। ਦੇ, them, it, ਇਹ ਜਿਹੀਆਂ ਚੀਜ਼ਾਂ, he, she, ਆਪਾਂ ਚੀਜ਼ਾਂ ਵਰਤ ਸਕਦੇ ਹੁੰਦੇ। ਸੋ ਦੈਟ ਇਜ਼ ਵਾਈ ਤਿੰਨ ਯਾਦ ਆ ਕਰ ਲਓ, ਤਿੰਨ ਚਾਰ ਤੋਂ ਦੂਜੇ ਮਿਲ ਜਣੇ, ਤੁਹਾਡਾ ਆਰਾਮ ਨਾਲ 7-8 ਦਿਨਾਂ ਨਾਲ ਗੁਜ਼ਾਰਾ ਹੋ ਜਾਣਾ ਪੂਰੇ ਪੂਰੇ ਰਾਈਟਿੰਗ ਦੇ ਟਾਸਕ ਦਾ, ਠੀਕ ਆ। ਹੁਣ ਉਸ ਤੋਂ ਬਾਅਦ ਵਸਨੀਕ ਨੂੰ ਕੀ ਕਹਿੰਦੇ ਹੁੰਦੇ ਆ? ਪਹਿਲੇ ਨੰਬਰ ਤੇ ਆ ਜਾਂਦਾ ਜੀ ਨੇਟਿਵ, ਜਿਹੜਾ ਉਸ ਥਾਂ ਦਾ ਦੇਸੀ ਬੰਦਾ ਹੋਵੇ।
ਜਾਂ ਨੇਟਿਵ ਸਪੀਸ਼ੀ ਵੀ ਹੋ ਸਕਦੇ, ਨੇਟਿਵ ਚੀਜ਼ ਵੀ ਹੋ ਸਕਦੇ, ਕੋਈ ਪਾਰਟਿਕੂਲਰ ਜੇ ਕੱਲਾ ਨੇਟਿਵਸ ਕਹੋਗੇ ਤਾਂ ਉੱਥੇ ਦੇ ਕੰਟਰੀਮੈਨ ਕਹਿ ਸਕਦੇ ਹੋ, ਠੀਕ ਹੈ ਨਾ। ਮਤਲਬ ਵਸਨੀਕ, ਨੇਟਿਵ, ਕੰਟਰੀਮੈਨ। हैबिटेट कैसा है? हाँ हैबिटेंट्स कैसा हो, कंट्री मैन, उरे कह लो हिबिटेंट्स, ठीक है, शायद डबल बी पैंदी है ਇਹਦੇ ਵਿੱਚ हिबिटेंट्स, ਇਹਦੇ स्पेलिंग देख लो हिबिटेंट्स है नी, हाँ जी हिबिटेंट्स ਦੇ स्पेलिंग देख लो। तो आ ਹੈਗੇ ਨੇ ਕੁਝ ਕੁ ਵਰਡਸ ਜਿਹੜੇ ਤੁਹਾਡੇ ਮੋਸਟਲੀ ਲਿਖੇ ਜਾਂਦੇ ਨੇ ਰਾਈਟਿੰਗ ਦੇ ਟਾਸਕ 2 ਦੇ ਵਿੱਚ ਜਾਂ ਕਈ ਵਾਰ ਟਾਸਕ 1 ਦੇ ਵਿੱਚ ਵੀ ਲਿਖੇ ਜਾਂਦੇ ਨੇ। ਸੋ ਇਹਨਾਂ ਤੋਂ ਇਲਾਵਾ ਕੁਝ ਹੋਰ ਵਰਡਸ ਹੈਗੇ ਜਿਹੜੇ ਥੋੜੇ ਲੱਗਦਾ ਵੀ ਆ ਵੀ ਲਿਖੇ ਜਾਂਦੇ ਹੁੰਦੇ ਨੇ ਤੇ ਇਹਨਾਂ ਦੇ ਸੁਣਨ ਹੋ ਸਕਦੇ ਨੇ। डेवलपमेंट ਹਾਂਜੀ ਇੱਕ ਮਿੰਟ ਮੈਂ ਥੋੜਾ ਵੀ ਦੇਖਣਾ ਚਾਹ ਰਿਹਾ ਨਾ। ਸੋ ਆਹ ਲਿਖ ਲਿਆ ਸਾਰਾ ਕੁਝ, ਕਰ ਦੀ ਰੇਜ਼। नो ਹਾਂਜੀ यस ਓਕੇ। ਸੋ ਮੈਂ ਇੱਕ ਵਾਰ ਸਾਰੇ ਬੋਲ ਦਿੰਦਾ ਕੀ ਆ। ਇੰਪੋਰਟੈਂਟ ਆ, ਇੰਪੋਰਟੈਂਟ ਨੂੰ ਤੁਸੀਂ ਐਸੈਂਸ਼ੀਅਲ ਕਹਿ ਸਕਦੇ ਹੋ ਹਨਾ। ਇੰਪੋਰਟੈਂਟ ਆ ਇਹਨੂੰ ਤੁਸੀਂ ਐਸੈਂਸ਼ੀਅਲ ਕਹਿ ਸਕਦੇ ਹੋ, ਵਾਈਟਲ ਕਹਿ ਸਕਦੇ ਹੋ, ਕ੍ਰੂਸ਼ੀਅਲ ਕਹਿ ਸਕਦੇ ਹੋ। ਵੈਰੀ ਬੈਡ ਆ ਇਹਨੂੰ ਆਫਲ ਕਹਿ ਸਕਦੇ ਹੋ। ਐਡਵਾਂਸ ਆ ਇਹਨੂੰ ਕੰਟੈਂਪਰੇਰੀ ਕਹਿ ਸਕਦੇ ਹੋ। ਕੰਪਲੈਕਸ ਆ ਗੁੰਝਲਦਾਰ ਆ ਹਨਾ, ਕੋਈ ਵਧੀਆ ਹੈ ਨਾ ਕੋਈ ਗੁੰਝਲਦਾਰ ਐਡਵਾਂਸ ਚੀਜ਼ ਆ ਉਹਨੂੰ ਤੁਸੀਂ ਸੋਫਿਸਟੀਕੇਟਡ ਕਹਿ ਸਕਦੇ ਹੋ। ਤੇ এনवायरमेंट ਨੂੰ ਸਰਾਊਂਡਿੰਗ ਤੇ ਇਕੋਸਿਸਟਮ ਕਹਿ ਸਕਦੇ ਹੋ। ਕਲੋਥਸ ਨੂੰ ਤੁਸੀਂ ਕਲੋਥਿੰਗ ਜਾਂ ਨੇਮ ਉਹ ਚੀਜ਼ ਦਾ ਨਾਮ ਲੈ ਕੇ ਕਹਿ ਸਕਦੇ ਹੋ, ਕਲੋਥਿੰਗ ਕਹਿ ਸਕਦੇ ਹੋ। ਪੀਪਲ ਨੂੰ ਤੁਸੀਂ ਫੋਕਸ ਕਹਿ ਸਕਦੇ ਹੋ, ਪੀਪਸ ਕਹਿ ਸਕਦੇ ਹੋ, ਇੰਡੀਵਿਜੂਅਲਸ ਕਹਿ ਸਕਦੇ ਹੋ। ਸਟੂਡੈਂਟਸ ਨੂੰ ਤੁਸੀਂ ਪਿਊਪਲਸ ਲਰਨਰਸ ਕਹਿ ਸਕਦੇ ਹੋ, ਠੀਕ ਹੈ ਨਾ। ਟੀਚਰ ਵੀ ਐਡ ਕਰ ਲੈਂਦੇ ਭਾਵੇਂ, ਉਹਨੂੰ ਤੁਸੀਂ ਐਜੂਕੇਟਰ ਕਹਿ ਸਕਦੇ ਹੋ, ਟੀਚਰ ਨੂੰ ਐਜੂਕੇਟਰ ਕਹਿ ਸਕਦੇ ਹੋ। ਜਿਹੜਾ ਕੰਟਰੀ ਆ ਇਹਨੂੰ ਤੁਸੀਂ ਨੇਸ਼ਨ ਕਹਿ ਸਕਦੇ ਹੋ, ਕਿੰਗਡਮ ਕਹਿ ਸਕਦੇ ਹੋ। ਗਵਰਨਮੈਂਟ ਆ ਹਾਈ ਅਥਾਰਟੀ ਕਹਿ ਸਕਦੇ ਹੋ, ਐਡਮਿਨਿਸਟ੍ਰੇਸ਼ਨ ਕਹਿ ਸਕਦੇ ਹੋ ਤੁਸੀਂ। ਵਸਨੀਕ ਆ ਜਿਹੜਾ ਇੱਕ ਥਾਂ ਦਾ ਬੰਦਾ ਵਾ ਪਾਰਟਿਕੂਲਰਲੀ, ਉਹਨੂੰ ਤੁਸੀਂ ਨੇਟਿਵ ਕਹਿ ਸਕਦੇ ਹੋ ਜਾਂ ਉਹਨੂੰ ਤੁਸੀਂ ਕੰਟਰੀਮੈਨ ਵੀ ਕਹਿ ਸਕਦੇ ਹੋ। ਮੇਰੇ ਕੁਝ ਕੁ ਵਰਡਸ ਰਹਿ ਗਏ ਸੀਗੇ ਪਹਿਲਾਂ ਤੇ ਉਹ ਦੇਖਿਓ ਜ਼ਰਾ। ਇੱਕ ਤਾਂ ਹੁੰਦਾ ਥਿੰਕ, ਸੋਚਣਾ, ਠੀਕ ਆ। ਜਿੱਦਾਂ ਆਪਾਂ ਕਹਿੰਦੇ ਨੇ ਥਿੰਕ ਵੀ ਆਪਾਂ ਵਿਊ ਪੁਆਇੰਟ ਦਿੰਦੇ, ਸਮ ਪੀਪਲ ਥਿੰਕ ਆਪਾਂ ਥਿੰਕ ਬਾਰ-ਬਾਰ ਲਾਈ ਜਾਂਦੇ। ਥਿੰਕ ਦੀ ਥਾਂ ਤੇ ਆਪਾਂ ਕੀ ਲਾ ਸਕਦੇ ਹਾਂ। ਇੱਕ ਤਾਂ ਤੁਸੀਂ ਕਹਿ ਸਕਦੇ ਹੋ ਅਸਰਟ ਕਹਿ ਸਕਦੇ ਹੋ, ਪੌਂਡਰ ਕਹਿ ਸਕਦੇ ਹੋ, ਠੀਕ ਆ। ਬਿਲੀਵ ਕਹਿ ਸਕਦੇ ਹੋ, व्यू ਹਾਂਜੀ ਬਿਲੀਵ ਕਹਿ ਸਕਦੇ ਹੋ, ਪੌਂਡਰ ਕਹਿ ਸਕਦੇ ਹੋ, ਅਸਰਟ ਕਹਿ ਸਕਦੇ ਹੋ, ਹਾਂਜੀ। व्यू अपॉइंट हाँ व्यू कह सकते हो, पाइन कहते हो। हाँ जी थिंक ਨੂੰ ਉਹ ਵੀ ਲਿਖ ਦੇਣ ਸਾਰੇ। ਇੱਕ ਤੁਸੀਂ ਇਹਨੂੰ ਹੋਰ ਓਪਾਈਨ ਕਹਿ ਸਕਦੇ ਹੋ, ਠੀਕ ਆ। ਓਪੀਨੀਅਨ ਕਹਿ ਸਕਦੇ ਹੋ, ਵਿਊ ਕਹਿ ਸਕਦੇ ਹੋ, ਵਿਊ ਨਹੀਂ ਵਿਊ ਪੁਆਇੰਟ ਕਹਿ ਸਕਦੇ ਹੋ, ਠੀਕ ਆ। ਸੋ ਹਾਂ ਕੁਝ ਕੁ ਵਰਡਸ ਹੁੰਦੇ ਆ ਥਿੰਕ ਦੇ ਲਈ ਤੁਸੀਂ ਕਹਿ ਸਕਦੇ ਹੋ ਵੀ ਉਹਨਾਂ ਉਹ ਸੋਚਦੇ ਨੇ ਕੀ ਸੋਚਦੇ ਨਾ, ਉਹ ਸਾਰੀਆਂ ਚੀਜ਼ਾਂ ਆਪਾਂ ਇਹਦੀ ਥਾਂ ਤੇ ਲਿਖ ਸਕਦੇ ਹੁੰਦੇ ਆ। ਸੋ ਆਹ ਕੁਝ ਕੁ ਵਰਡਸ ਹੁੰਦੇ ਆ। ਇਸ ਤੋਂ ਇਲਾਵਾ ਜਿਹੜਾ ਆਪਾਂ ਬੋਡੀ ਪੈਰਾਗ੍ਰਾਫ ਨੂੰ ਆਪਣੇ ਇੰਟਰੋਡਕਸ਼ਨ ਨੂੰ ਸਟਾਰਟ ਕਰਨਾ ਹੁੰਦਾ ਵਾ, ਇੰਟਰੋਡਕਸ਼ਨ ਨੂੰ ਸਟਾਰਟਿੰਗ ਦੇਖ ਲਓ ਕਿੱਦਾਂ ਕਰਦੇ ਹੁੰਦੇ ਆ। ਬਸ ਉਹ ਕੁਝ ਕੁ ਚੀਜ਼ਾਂ ਨੇ, ਉਸ ਤੋਂ ਬਾਅਦ ਦੇ ਵਿੱਚ ਆਪਣੀ ਸਾਰੀ ਖਤਮ ਹੁੰਦੀ ਹੈ। ਪਹਿਲੇ ਨੰਬਰ ਤੇ ਤਾਂ ਇੱਕ ਤਾਂ ਤੁਸੀਂ ਆਪਣੀ ਇੰਟਰੋਡਕਸ਼ਨ ਨੂੰ ਸਟਾਰਟ ਕਰ ਸਕਦੇ ਹੋ ਕਹਿ ਕੇ in this sophisticated era, ठीक है। आगे क्या स्टार्ट कर सकते हो या in this contemporary era, क्या स्टार्ट कर सकते हो ना, या it is undeniable fact that technology is booming everywhere। ਇਹ ਇੱਕ ਅਣਡਿੱਠਾ ਫੈਕਟ ਆ ਕਿ ਟੈਕਨੋਲੋਜੀ ਬੂਮ ਕਰ ਰਹੀ ਹੈ। ਇਹ ਤਿੰਨ ਤਰੀਕੇ ਦੇ ਨਾਲ ਆਪਣੀ ਜਿਹੜੀ ਇੰਟਰੋਡਕਸ਼ਨ ਨੂੰ ਤੁਸੀਂ ਸਟਾਰਟ ਕਰ ਸਕਦੇ ਹੋ।
ਬੋਡੀ ਪੈਰਾਗ੍ਰਾਫ 2 ਦੀ। ਠੀਕ ਆ, ਸੋ ਆਹ ਕੁਝ ਵਰਡ ਸੀਗੇ ਜਿਨ੍ਹਾਂ ਦੇ ਨਾਲ ਤੁਹਾਡੇ ਕਾਫੀ ਸਾਰੇ ਬੈਂਡ ਇਨਕਰੀਜ਼ ਹੋ ਸਕਦੇ ਆ। ਸਾਰਾ ਦਾ ਸਾਰਾ ਐਜ਼ ਦਾ ਬੇਸਿਕ ਇਹਨਾਂ ਵਰਡਸ ਦੇ ਉੱਤੇ ਟਿਕਿਆ ਹੋਇਆ। ਸਾਰੇ ਵਰਡ ਦੀ ਇੱਕ ਸਪੈਸੀਫਿਕ ਯੂਜ਼ੇਜ ਹੁੰਦੀ ਆ। ਜੇ ਤੁਸੀਂ ਕੋਈ ਵਰਡ ਨੂੰ ਯੂਜ਼ ਕਰਨਾ ਚਾਹੁੰਦੇ ਹੋ ਵੀ ਇੱਥੇ ਅਸੀਂ ਵਰਡ ਯੂਜ਼ ਕਰਨਾ, ਤੁਸੀਂ ਸਪੈਸੀਫਿਕਲੀ ਉਹਨੂੰ ਯੂਜ਼ ਕਰਨਾ ਸਿੱਖਣਾ ਪੈਣਾ ਤੁਹਾਨੂੰ। ਜਦ ਸਾਰੇ ਵਰਡਸ ਤੁਹਾਨੂੰ ਆ ਗਏ, ਘੱਟ ਤੋਂ ਘੱਟ 100-150 ਵਰਡ ਤਾਂ ਆਹੀ ਹੋ ਜਾਣਾ ਟੋਟਲੀ। ਠੀਕ ਆ, ਪਰ ਤੁਸੀਂ ਆਪਣੀ ਕੁਝ ਕੁ ਵਰਡਸ ਜੋੜਨੇ ਆ, ਤੁਹਾਡਾ 250 ਵਰਡ ਦਾ ਐਸੇ ਕੰਪਲੀਟ ਹੋ ਜਾਂਦਾ ਰਾਈਟਿੰਗ ਟਾਸਕ ਦਾ। ਹਾਂਜੀ, ਲਾਸਟ ਵਾਲਾ ਕੀ ਲਾਸਟ ਵਾਲਾ ਹੈਗਾ ਇਟ ਇਜ਼ ਅਨਡਿਨਾਏਬਲ, ਹੈ ਨਾ, UNDENIABLE। ਮੇਰੇ ਕੋਲ ਜਿਹੜੇ ਹੁੰਦੇ ਇਟ ਇਜ਼ ਟਰੂ ਦੈਟ ਇਟ ਉਹੀ ਆ undeniable, it is universal fact that, it is undeniable fact that, it is true fact that, ਉਹੀ ਆ ਸਾਰਾ ਆਪਣਾ ਜਿਹੜਾ ਸਟਾਰਟਿੰਗ ਦਾ। ਠੀਕ ਹੈ,